ਪਾਬਲੋ ਨਰੂਦਾ। ਪਾਬਲੋ ਨਰੂਦਾ ਪਿਛਲੀ ਸਦੀ ਦਾ ਮਹਾਨ ਕਵੀ, ਚਿਲੀ ਦੇਸ਼ ਦਾ, ਸਪੈਨਿਸ਼ ਭਾਸ਼ਾ ਵਿੱਚ ਲਿਖਣ ਵਾਲਾ, ਨੋਬਲ ਇਨਾਮ ਜੇਤੂ। ਪਾਬਲੋ ਨਰੂਦੋ ਨੂੰ ਬਹੁਤ ਸਾਰੇ ਲੋਕ ਉਸ ਦੀਆਂ ਸਿਆਸੀ ਗਤੀਵਿਧੀਆਂ, ਸਿਆਸੀ ਵਿਚਾਰਾਂ, ਉਸ ਦੇ ਖੱਬੇ ਪੱਖੀ ਝੁਕਾਵਾਂ ਕਾਰਨ ਜਾਣਦੇ ਹਨ। ਪਾਬਲੋ ਨਰੂਦੋ ਨੇ ਪਿਆਰ ਕਵਿਤਾਵਾਂ ਵੀ ਲਿਖੀਆਂ ਹਨ। ਅੱਜ ਆਪਾਂ ਮੁੱਖ ਤੌਰ 'ਤੇ ਗੱਲ ਉਸ ਦੀਆਂ ਪਿਆਰ ਕਵਿਤਾਵਾਂ ਦੀ ਕਰ। ਮੈਂ ਤੇਰਾ ਨਾਂ ਰਾਣੀ ਧਰਿਆ ਹੈ, ਤੇਰੇ ਨਾਲੋਂ ਲੰਮੀਆਂ ਬਹੁਤ ਨੇ ਬਹੁਤ ਲੰਮੀਆਂ, ਤੇਰੇ ਨਾਲੋਂ ਸੁੱਚੀਆਂ ਬਹੁਤ ਨੇ ਬਹੁਤ ਸੁੱਚੀਆਂ, ਤੇਰੇ ਨਾਲੋਂ ਪਿਆਰੀਆਂ ਵੀ ਬਹੁਤ ਨੇ ਬਹੁਤ ਪਿਆਰੀਆਂ, ਪਰ ਤੂੰ ਰਾਣੀ ਏ। ਜਦੋਂ ਤੂੰ ਗਲੀ 'ਚੋਂ ਲੰਘਦੀ ਹੈ ਕੋਈ ਨਹੀਂ ਸਿਆਣਦਾ ਤੈਨੂੰ, ਕੋਈ ਨਹੀਂ ਤੱਕਦਾ ਤੇਰੇ ਮੱਥੇ 'ਤੇ ਸਜਿਆ ਜੜਾਊ ਤਾਜ, ਨਾ ਕੋਈ ਵੇਖਦਾ ਹੈ ਲਾਲ ਸੁਨਹਿਰੀ ਨਰਮ ਗਲੀਚੇ ਵੱਲ। ਲੰਘਦੇ ਕਦਮ ਤੇਰੇ ਜਿਸ ਨੂੰ ਛੋਹ ਰਹੇ ਹਨ, ਗਲੀਚਾ ਜੋ ਕਦੇ ਸੀ ਨਹੀਂ ਤੂੰ। ਤੇ ਜਦੋਂ ਤੂੰ ਆਉਂਦੀ ਹੈ ਧਰਤੀ ਦੇ ਕੁੱਲ ਦਰਿਆ ਉਮੜ ਪੈਂਦੇ ਹਨ ਮੇਰੇ ਸੀਨੇ ਵਿੱਚ। ਲਰਜ਼ ਉੱਠਦਾ ਹੈ ਅਸਮਾਨ ਘੰਟੀਆਂ ਦੀ ਝਨਕਾਰ ਨਾਲ, ਅਤੇ ਸ਼ਲੋਕ ਦੇ ਨਾਲ ਹੀ ਗੂੰਜਣ ਲੱਗ ਪੈਂਦੀ ਹੈ ਕੁੱਲ ਲਕਾਈ। ਸਿਰਫ ਤੂੰ ਤੇ ਮੈਂ, ਸਿਰਫ ਤੂੰ ਤੇ ਮੈਂ ਮੇਰੇ ਪਿਆਰ ਇਸ ਨੂੰ ਸੁਣ ਸਕਦੇ ਹਾਂ। ਤੇਰੇ ਚਿਹਰੇ ਨੂੰ ਜਦੋਂ ਨਿਹਾਰ ਨਹੀਂ ਸਕਦਾ ਮੈਂ ਤੇਰੇ ਪੈਰਾਂ ਨੂੰ ਤੱਕਦਾ ਹਾਂ। ਤੇਰੇ ਪੈਰ, ਤੇਰੇ ਸਖਤ ਨਿੱਕੇ ਪੈਰ ਮੈਂ ਜਾਣਦਾ ਹਾਂ ਤੇਰੇ ਸੰਗੀ ਨੇ, ਅਤੇ ਤੇਰੇ ਬਦਨ ਦਾ ਨਾਜ਼ੁਕ ਭਾਰ ਇਹਨਾਂ 'ਤੇ ਹੀ ਖੜ੍ਹਾ ਹੈ। ਤੇਰਾ ਲੱਖ ਤੇ ਤੇਰੀਆਂ ਛਾਤੀਆਂ, ਚੂਚੀਆਂ ਦਾ ਗੂੜਾ ਜਾਮਣੀ ਰੰਗ, ਪਰ ਮੈਂ ਤੇਰੇ ਪੈਰਾਂ ਨੂੰ ਪਿਆਰ ਕਰਦਾ ਹਾਂ। ਇਹ ਸਿਰਫ ਇਸ ਲਈ ਇਹ ਹਨ ਧਰਤੀ ਅਤੇ ਹਵਾਵਾਂ 'ਤੇ ਪਾਣੀ ਉੱਤੇ ਉਦੋਂ ਤੀਕ ਜਦੋਂ ਤੀਕ ਉਹਨਾਂ ਮੈਨੂੰ ਨਾ ਲੱਭ ਲਿਆ। ਛੋਟੀ ਗੁਲਾਬੋ ਕਈ ਵਾਰੀ ਨਿੱਕੀ ਅਤੇ ਨੰਗੀ, ਇੰਜ ਲੱਗਦਾ ਹੈ ਜਿਵੇਂ ਤੂੰ ਸਮੋ ਜਾਵੇਂਗੀ ਮੇਰੇ ਇੱਕ ਹੱਥ ਵਿੱਚ, ਜਿਵੇਂ ਮੈਂ ਤੈਨੂੰ ਭਰ ਲਵਾਂਗਾ ਇੰਜ ਆਪਣੀ ਮੁੱਠੀ ਵਿੱਚ, ਅਤੇ ਲੈ ਜਾਵਾਂਗਾ ਆਪਣੇ ਬੁੱਲ੍ਹਾਂ ਤੀਕ। ਪਰੰਤੂ ਅਚਨਚੇਤ ਮੇਰੇ ਪੈਰ ਤੇਰੇ ਪੈਰਾਂ ਨੂੰ ਛੂੰਹਦੇ ਨੇ, ਅਤੇ ਬੁੱਲੀਆਂ ਮੇਰੇ ਤੇਰੀਆਂ ਬੁੱਲੀਆਂ ਨੂੰ ਤੂੰ ਜਵਾਨ ਹੋ ਗਈ ਹੈ। ਮੋਢੇ ਤੇਰੇ ਇੰਜ ਉੱਠਦੇ ਨੇ ਜਿਵੇਂ ਪਹਾੜੀਆਂ ਦੇ ਸਿਖਰ, ਛਾਤੀਆਂ ਤੇਰੀਆਂ ਲੈਂਦੀਆਂ ਹਨ ਕਸਵੱਟੇ ਮੇਰੀ ਛਾਤੀ 'ਤੇ। ਨਵੇਂ ਚੰਦ ਵਰਗਾ ਤੇਰਾ ਲੱਕ ਨਹੀਂ ਸਮਾ ਪਾਉਂਦਾ ਮੇਰੀਆਂ ਖੁੱਲ੍ਹੀਆਂ ਬਾਹਾਂ ਵਿੱਚ। ਤਰਲ ਹੋ ਗਈ ਹੈ ਤੂੰ ਪਿਆਰ ਵਿੱਚ ਸਮੁੰਦਰਾਂ ਦੇ ਪਾਣੀ ਵਾਂਗ। ਨਹੀਂ ਪਾ ਸਕਦਾ ਥਾਂ ਮੈਂ ਅਸਮਾਨ ਦੀਆਂ ਸਭ ਤੋਂ ਵਿਸ਼ਾਲ ਅੱਖਾਂ ਦੀ, ਅਤੇ ਮੈਂ ਝੁਕਦਾ ਹਾਂ ਤੇਰੀਆਂ ਬੁੱਲੀਆਂ ਵੱਲ, ਲੱਗਦਾ ਹੈ ਕੁੱਲ ਧਰਤੀ ਨੂੰ ਚੁੰਮ ਰਿਹਾ ਹਾਂ। ਅਸਲ ਦੇ ਵਿੱਚ ਤਾਂ ਪਾਬਲੋ ਨਰੂਦੋ ਚਿਲੀ ਦੇ ਵਿੱਚ ਪੈਦਾ ਹੋਇਆ ਸਪੈਨਿਸ਼ ਭਾਸ਼ਾ ਦਾ ਕਵੀ ਸੀ। ਪਾਬਲੋ ਨਰੂਦੋ ਦਾ ਬਾਪ ਰੇਲਵੇ ਦੇ ਵਿੱਚ ਕੰਮ ਕਰਦਾ ਸੀ ਅਤੇ ਉਹਦੀ ਮਾਂ ਅਧਿਆਪਕ ਸੀ, ਪਰ ਉਹ 2 ਮਹੀਨਿਆਂ ਦਾ ਹੀ ਸੀ ਜਦੋਂ ਉਸ ਦੀ ਮਾਂ ਚੱਲ ਵਸੀ। ਤਾਂ ਉਸ ਨੂੰ ਫਿਰ ਆਪਣਾ ਬਚਪਨ ਕੁਝ ਇਕੱਲਤਾ ਵਿੱਚ, ਕੁਝ ਵੱਖਰਾ, ਕੁਝ ਰਿਸ਼ਤੇਦਾਰਾਂ ਕੋਲ ਬਿਤਾਉਣਾ ਪਿਆ। ਉਹ ਬੜੀ ਛੋਟੀ ਉਮਰ ਵਿੱਚ ਹੀ ਕਵਿਤਾਵਾਂ ਲਿਖਣ ਲੱਗ ਪਿਆ ਸੀ, ਪਰ ਉਸ ਦੀਆਂ ਕਵਿਤਾਵਾਂ ਜਾਂ ਉਸ ਦਾ ਕਵੀ ਹੋਣਾ ਜਾਂ ਲੇਖਕ ਹੋਣਾ ਉਸ ਦੇ ਬਾਪ ਨੂੰ ਪਸੰਦ ਨਹੀਂ ਸੀ। ਉਸ ਦਾ ਸਪੇਨਿਸ਼ ਨਾਂ ਜੋ ਉਸ ਦਾ ਮੂਲ ਨਾਂ ਹੈ ਉਹ ਤਾਂ ਕਾਫੀ ਲੰਮਾ ਚੌੜਾ ਹੈ, ਪਰ ਉਹ ਆਪਣੇ ਪੈਨ ਨੇਮ ਨਾਲ, ਕਲਮੀ ਨਾਂ ਨਾਲ, ਪਾਬਲੋ ਨਰੂਦਾ ਨਾਲ ਹੀ ਮਸ਼ਹੂਰ ਹੋਇਆ। ਤਾਂ ਭਾਵਾਂ ਮੁੱਢਲੇ ਤੌਰ 'ਤੇ ਤਾਂ ਆਪਣੇ ਬਾਪ ਤੋਂ ਉਸ ਦੇ ਬਚਨ ਦੀ ਇੱਕ ਜੁਗਤ ਸੀ। ਮੁੱਢਲੀ ਉਮਰ ਦੇ ਵਿੱਚ 20 ਸਾਲ ਦੀ ਉਮਰ ਤੱਕ ਪੁੱਜਦਿਆਂ ਹੀ ਉਹ ਆਪਣੀਆਂ ਪਿਆਰ ਕਵਿਤਾਵਾਂ ਕਾਰਨ ਬਹੁਤ ਪ੍ਰਸਿੱਧ ਹੋ ਗਿਆ ਸੀ। ਉਹ ਪ੍ਰਸਿੱਧ ਤਾਂ ਹੋ ਗਿਆ ਸੀ, ਉਸ ਨੂੰ ਸਾਰੇ ਜਾਣਨ ਤਾਂ ਲੱਗ ਪਏ ਸੀ, ਪਰ ਉਹ ਬੇਰੁਜ਼ਗਾਰ ਸੀ। ਉਸ ਕੋਲ ਕੋਈ ਰੋਟੀ ਰੋਜ਼ੀ ਦਾ ਵਸੀਲਾ ਨਹੀਂ ਸੀ। ਤਾਂ ਫਿਰ ਉਸ ਸਮੇਂ ਉਸ ਨੇ
ਇੱਕ ਡਿਪਲੋਮੈਟਿਕ ਸਮਾਵਾਂ ਵਿੱਚ ਆਪਣੀਆਂ ਸੇਵਾ ਦੇਣ ਦਾ ਫੈਸਲਾ ਕੀਤਾ। ਉਸ ਸਮੇਂ ਜਿਹੜਾ ਬਰਮਾ ਹੈ, ਉਸ ਦੀ ਜਿਹੜੀ ਰਾਜਧਾਨੀ, ਉਸ ਵੇਲੇ ਦਾ ਜਿਹੜਾ ਮੁੱਖ ਕੇਂਦਰ ਸੀ ਰੰਗੂਨ, ਉੱਥੇ ਉਹ ਬ੍ਰਿਟਿਸ਼ਰਾਂ ਦੀ ਉਹ ਕਲੋਨੀ ਸੀ ਅਤੇ ਉਹ ਬ੍ਰਿਟਿਸ਼ਰਾਂ ਵੱਲੋਂ ਉੱਥੇ ਡਿਪਲੋਮੈਟਿਕ ਕੰਮ ਕਰਦਾ ਰਿਹਾ। ਉੱਥੇ ਉਹ ਡਿਪਲੋਮੈਟਿਕ ਕੰਮ ਤਾਂ ਕਰਦਾ ਰਿਹਾ, ਇਸ ਦੇ ਨਾਲ ਹੀ ਉਸ ਸਮੇਂ ਉਹ ਦਿੱਲੀ, ਲੰਕਾ, ਸਲੋਨ, ਭਾਰਤ ਤੋਂ ਦਿੱਲੀ ਆਉਂਦਾ ਜਾਂਦਾ ਰਿਹਾ। ਤਾਂ ਉਹ ਇਹਦਾ ਇੱਕ ਡਿਪਲੋਮੈਟਿਕ ਸਫ਼ਰ ਸ਼ੁਰੂ ਹੁੰਦਾ ਹੈ, ਵਿਦੇਸ਼ ਸੇਵਾ ਦੇ ਵਿੱਚ ਉਹਦੀ ਸੇਵਾ ਸ਼ੁਰੂ ਹੁੰਦੀ ਹੈ। ਬਾਅਦ ਦੇ ਵਿੱਚ ਉਹ ਚਿਲੀ ਪਰਤਦਾ ਹੈ, ਆਪਣੇ ਦੇਸ਼ ਪਰਤਦਾ ਹੈ। ਉੱਥੇ ਉਹ ਕੁਝ ਦੇਰ ਕੰਮ ਕਰਦਾ ਹੈ, ਫਿਰ ਉਹ ਚਿਲੀ ਦੇ ਰਾਜਦੂਤ ਵਜੋਂ ਸਪੇਨ ਵਿੱਚ ਵੀ ਕੰਮ ਕਰਦਾ ਹੈ। ਅਤੇ ਜਦੋਂ ਸਪੇਨ ਦਾ ਗ੍ਰਹਿ ਯੁੱਧ ਲੱਗ ਜਾਂਦਾ ਹੈ, ਸਿਵਲ ਵਾਰ ਲੱਗ ਜਾਂਦੀ ਹੈ, ਤਾਂ ਉਸ ਸਮੇਂ ਫਿਰ ਉਹ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈਗਾ ਕਿ ਪੈਰਿਸ ਦੇ ਵਿੱਚ ਜਿਹੜੇ ਚਿਲੀ ਦੇ ਰਿਫਿਊਜੀ ਆ, ਉਹਨਾਂ ਨੂੰ ਸੈਟਲਮੈਂਟ ਦਾ ਕੰਮ ਅਧੀਨ ਲਈ। ਉਸੇ ਸਮੇਂ ਹੀ ਸਪੇਨ ਦੇ ਗ੍ਰਹਿ ਯੁੱਧ ਵਿੱਚ ਉਹਦਾ ਮਿੱਤਰ ਅਤੇ ਪ੍ਰਸਿੱਧ ਸਾਹਿਤਕਾਰ ਲੋਰਕਾ ਮਾਰ ਦਿੱਤਾ ਜਾਂਦਾ। ਇਹਨਾਂ ਸਾਰੀਆਂ ਘਟਨਾਵਾਂ ਦਾ ਉਸ 'ਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਤਾਂ ਹੌਲੀ ਹੌਲੀ ਉਹ ਕਮਿਊਨਿਸਟ ਵਿਚਾਰਧਾਰਾ ਵੱਲ ਝੁਕ ਜਾਂਦਾ ਹੈ, ਜਾਂ ਕਿਹਾ ਜਾ ਸਕਦਾ ਕਿ ਕਮਿਊਨਿਸਟ ਵਿਚਾਰਾਂ ਦਾ ਉਸ 'ਤੇ ਅਸਰ ਹੋ ਜਾਂਦਾ। ਉਹ ਚਿਲੀ ਦੇ ਵਿੱਚ ਕਮਿਊਨਿਸਟ ਪਾਰਟੀ ਦੇ ਵਿੱਚ ਕੰਮ ਕਰਦਾ ਹੈ, ਕਮਿਊਨਿਸਟ ਵਿਚਾਰਾਂ ਨੂੰ ਅਪਣਾਇਆ ਜਾਂਦਾ ਹੈ। ਇੱਕ ਵਾਰ ਉਹ ਪ੍ਰੈਜ਼ੀਡੈਂਟ ਦਾ ਉਮੀਦਵਾਰ ਵੀ ਬਣਦਾ ਹੈ, ਪਰ ਬਾਅਦ ਦੇ ਵਿੱਚ ਉਹ ਆਪਣੇ ਪਾਰਟੀ ਦੇ ਹੀ ਬੰਦੇ, ਆਪਣੇ ਦੋਸਤ ਸਲਵਾਦੋਰ ਅਲੈਂਦੇ ਦੇ ਹੱਕ ਵਿੱਚ ਬੈਠ ਜਾਂਦਾ ਹੈਗਾ। ਤਾਂ ਜਦੋਂ ਫਿਰ ਅਲੈਂਦੇ ਜਿੱਤ ਜਾਂਦਾ ਹੈ, ਤਾਂ ਫਿਰ ਉਹ ਇੱਕ ਵਾਰ ਡਿਪਲੋਮੈਟਿਕ ਸੇਵਾ ਦੇ ਲਈ ਦੂਸਰੇ ਦੇਸ਼ਾਂ ਵਿੱਚ ਰਾਜਦੂਤ ਵਜੋਂ ਜਾਂਦਾ ਹੈ। ਉਸੇ ਸਮੇਂ ਉਹ ਅਮਰੀਕਾ ਦੀ ਯਾਤਰਾ ਵੀ ਕਰਦਾ ਹੈ। ਉਸ ਨੂੰ ਨੋਬਲ ਪ੍ਰਾਈਜ਼ ਵੀ ਮਿਲਦਾ ਹੈ 1971 ਦੇ ਵਿੱਚ। ਪਰ ਬਿਮਾਰ ਹੋ ਜਾਂਦਾ ਜਦੋਂ ਦੇਸ਼ ਪਰਤਦਾ, ਤਾਂ ਉੱਥੇ ਫਿਰ ਰਾਜ ਪਲਟਾ ਹੋ ਜਾਂਦਾ ਹੈ। ਜਿਹੜਾ ਕਮਿਊਨਿਸਟ ਵਿਰੋਧੀ ਸ਼ਾਸਕ ਆ, ਉਸ ਨੇ ਅਲੈਂਦੇ ਨੂੰ ਮਾਰ ਦਿੱਤਾ। ਉਦੋਂ ਕੁਝ ਦਿਨ ਹੀ ਬਾਅਦ ਹਸਪਤਾਲ ਦੇ ਵਿੱਚ ਪਾਬਲੋ ਨੇਰੂਦਾ ਦੀ ਵੀ ਮੌਤ ਹੋ ਜਾਂਦੀ ਆ, ਅਤੇ ਇਹ ਵੀ ਸ਼ੱਕ ਪ੍ਰਗਟ ਕੀਤਾ ਜਾਂਦਾ ਹੈ ਕਿ ਸ਼ਾਇਦ ਉਸ ਨੂੰ ਜ਼ਹਿਰ ਦੇ ਦਿੱਤੀ ਗਈ ਹੋਵੇ, ਉਸ 'ਤੇ ਕੋਈ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ ਹੋਵੇ। ਇਸ ਬਾਰੇ ਵਿਵਾਦ ਵੀ ਚੱਲਿਆ, ਪਰ ਆਪਾਂ ਅੱਜ ਇਹ ਗੱਲ ਨਹੀਂ ਕਰਨੀ, ਜਾਂ ਇਹ ਮਸਲਾ ਅੱਜ ਆਪਣਾ ਨਹੀਂ ਆ। ਉਸ ਨੇ ਆਪਣੀ ਜੀਵਨ ਦੇ ਵਿੱਚ 3 ਵਿਆਹ ਕਰਾਏ, ਉਹਨਾਂ ਵਿੱਚੋਂ ਇੱਕ ਵਿਆਹ ਜਿਹੜਾ ਉਸ ਨੂੰ ਸਰਕਾਰੀ ਕਹਿ ਲਓ ਪ੍ਰਵਾਨਗੀ ਨਹੀਂ ਮਿਲੀ। ਉਸ ਦੀ ਜਿਹੜੀ ਕਵਿਤਾ ਦੇ 2 ਪਸਾਰ ਨੇ, ਇੱਕ ਰੋਮਾਂਟਿਕ ਪਸਾਰ ਆ ਅਤੇ ਇੱਕ ਪਸਾਰ ਆ ਜਿਹੜਾ ਇਨਕਲਾਬੀ ਪਸਾਰ ਆ। ਅੱਜ ਜਿਹੜਾ ਆਪਾਂ ਉਹਦੀ ਰੋਮਾਂਟਿਕ ਪਸਾਰਾਂ ਦੇ ਵਿੱਚੋਂ ਜਿਹੜੀ ਲਵ ਪੋਇਟਰੀ ਆ, ਉਹਦੀਆਂ ਪਹਿਲਾਂ 3 ਕਵਿਤਾਵਾਂ ਪੜ੍ਹੀਆਂ ਸੀਗੀਆਂ। ਅਸਲ ਦੇ ਵਿੱਚ ਤਾਂ ਇਹ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਮੰਤਵ ਸਿਰਫ ਇੰਨਾ ਹੀ ਆ ਕਿ ਪੰਜਾਬੀ ਦੇ ਵਿੱਚ ਇੱਕ ਅਜੀਬ ਕਿਸਮ ਦਾ ਵਿਰੋਧ ਆ, ਜਿਹੜਾ ਕਿ ਪਹਿਲਾਂ ਮੱਧਕਾਲ ਦੇ ਵਿੱਚ ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ਵਿੱਚ ਹੁੰਦਾ ਸੀ ਕਿ ਜੇ ਕੋਈ ਕਵੀ ਇਸ਼ਕ ਹਕੀਕੀ ਦੀ ਗੱਲ ਕਰਦਾ ਤਾਂ ਇਸ਼ਕ ਮਜਾਜੀ ਦੀ ਗੱਲ ਨਹੀਂ ਕਰ ਸਕਦਾ, ਜੇ ਇਸ਼ਕ ਮਜਾਜੀ ਦੀ ਗੱਲ ਕਰਦਾ ਤਾਂ ਇਸ਼ਕ ਹਕੀਕੀ ਦੀ ਗੱਲ ਨਹੀਂ ਕਰ ਸਕਦਾ। ਦੋਹਾਂ ਦਰਮਿਆਨ ਵਿਰੋਧ ਆ। ਲਗਭਗ ਇਹੀ ਜਿਹੜਾ ਵਿਰੋਧ ਆ, ਉਹ ਪਤਾ ਨਹੀਂ ਕਿਸ ਰੂਪ ਦੇ ਵਿੱਚ ਪ੍ਰਗਤੀਵਾਦੀਆਂ ਨੇ ਅਪਣਾ ਲਿਆ ਕਿ ਜੇ ਕੋਈ ਮੁਹੱਬਤ ਦੀ ਗੱਲ ਕਰਦਾ, ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦਾ, ਤਾਂ ਇਨਕਲਾਬ ਦੀ ਗੱਲ ਨਹੀਂ ਕਰ ਸਕਦਾ। ਜੇ ਉਹ ਇਨਕਲਾਬ ਦੀ ਗੱਲ ਕਰਦਾ ਤਾਂ ਉਹ ਮੁਹੱਬਤ ਦੀ ਗੱਲ ਜਾਂ ਇਸ਼ਕ ਦੀ ਗੱਲ ਨਹੀਂ ਕਰ ਸਕਦਾ। ਇਸੋਂ ਤੱਕ ਕਿ ਫਿਰ ਇਹਨੂੰ ਵਿਹਲੇ ਵੇਲੇ ਦੀਆਂ ਗੱਲਾਂ ਕਹਿ ਕੇ ਠੱਪ ਕੀਤਾ ਜਾਂਦਾ ਹੈ, ਜਾਂ ਇਹ ਕਿਹਾ ਜਾਂਦਾ ਹੈ ਕਿ ਮੈਂ ਹੁਣ ਇਹ ਮੁਹੱਬਤ ਦੀਆਂ ਗੱਲਾਂ ਨਹੀਂ ਕਰ ਸਕਦਾ, ਚਾਹੇ ਫੈਜ਼ ਹੋਵੇ, ਚਾਹੇ ਮੋਹਨ ਸਿੰਘ ਹੋਵੇ, ਚਾਹੇ ਸਾਡਾ ਕੋਈ ਹੋਰ ਕਵੀ ਹੋਵੇ। ਇਸ ਨੂੰ ਬੰਦ ਕਰ ਦਿੱਤਾ ਜਾਂਦਾ, ਜਾਂ ਦੋਵਾਂ ਦੇ ਵਿੱਚ ਇੱਕ ਵਿਰੋਧ ਮੰਨ ਲਿਆ ਜਾਂਦਾ।
ਪਾਬਲੋ ਨਰੂਦੋ ਦੀਆਂ ਵੀ ਭਾਵਾਂ ਬਾਅਦ ਦੀਆਂ ਜਿਹੜੀਆਂ ਕਵਿਤਾਵਾਂ ਉਹ ਜ਼ਿਆਦਾਤਰ ਸਿਆਸੀ ਝੁਕਾਅ ਵਾਲੀਆਂ ਕਵਿਤਾਵਾਂ ਜਿਹੜੀਆਂ ਉਹਦੀਆਂ ਲਿਖਤਾਂ ਨੇ, ਪਰ ਮੁੱਢਲੀਆਂ ਜਿਹੜੀਆਂ ਕਵਿਤਾਵਾਂ ਉਹਨਾਂ ਦੇ ਵਿੱਚ ਪਿਆਰ ਕਵਿਤਾ ਇਹ ਸ਼ਾਮਲ ਆ। ਇਹ ਪਿਆਰ ਕਵਿਤਾ ਮੈਂ ਇਸ ਕਰਕੇ ਵੀ ਸਾਂਝੀ ਕਰਨੀ ਚਾਹੁੰਦਾ ਕਿ ਜਿਹੜਾ ਸਾਡਾ ਇੱਕ ਹੋਰ ਸ਼ਾਇਰ ਆ ਪਾਸ਼, ਉਸ ਨੇ ਆਪਦੀ ਜ਼ਿੰਦਗੀ ਦੇ ਵਿੱਚ ਮੁਹੱਬਤ ਵੀ ਕੀਤੀ, ਮੁਹੱਬਤ ਦੀਆਂ ਕਵਿਤਾਵਾਂ ਵੀ ਲਿਖੀਆਂ, ਪਰ ਇਨਕਲਾਬੀ ਕਵਿਤਾਵਾਂ ਲਿਖੀਆਂ ਅਤੇ ਮੁਹੱਬਤ ਦੀਆਂ ਕਵਿਤਾਵਾਂ। ਅਤੇ ਇੱਕ ਜਿਹੜੀ ਕਵਿਤਾ ਕਿ ਮੈਂ ਹੁਣ ਵਿਦਾ ਹੁੰਦਾ ਹਾਂ, ਜਿਹੜੀ ਉਹਦੀ ਕਵਿਤਾ ਹੈਗੀ ਕਿ ਮੈਂ ਹੁਣ ਵਿਦਾ ਹੁੰਦਾ ਹਾਂ, ਸਿਰਫ ਉਹ ਹੀ ਕਵਿਤਾ ਜਿਹੜੀ ਉਹ ਸ਼ੁੱਧ ਪਿਆਰ ਕਵਿਤਾ, ਬਾਕੀਆਂ ਦੇ ਵਿੱਚ ਤਾਂ ਪਿਆਰ ਦਾ ਬਹੁਤ ਥੋੜ੍ਹਾ ਜ਼ਿਕਰ ਆਉਂਦਾ। ਪਾਬਲੋ ਨਰੂਦੋ ਦਾ ਜਿਹੜਾ ਪਿਆਰ ਕਵਿਤਾਵਾਂ ਹੈ ਉਹ ਇੱਕ ਹੋਰ ਪੱਖੋਂ ਵੀ ਪੰਜਾਬੀ ਜਿਹੜਾ ਪਾਠਕ ਆ ਉਹਨੂੰ ਚਕਾਚੌਂਧ ਕਰ ਸਕਦੀਆਂ ਜਾਂ ਉਹਨੂੰ ਹੈਰਾਨ ਕਰ ਸਕਦੀਆਂ ਕਿ ਅਸਲ ਦੇ ਵਿੱਚ ਇਹ ਜਿਹੜਾ ਪਿਆਰ ਆ ਇਹਦੇ ਉੱਤੇ ਕਿਸੇ ਵੀ ਕਿਸਮ ਦਾ ਜਿਹੜਾ ਜਿਸਮਾਨੀ ਪਿਆਰ ਪ੍ਰਗਟ ਕੀਤਾ, ਉਹਦੇ ਉੱਤੇ ਨਾ ਤਾਂ ਕੋਈ ਰੂਹਾਨੀਅਤ ਦੀ ਕੱਜਣ ਪਾਈ ਗਈ ਆ ਅਤੇ ਨਾ ਹੀ ਉਸ ਨੂੰ ਕੋਈ ਆਦਰਸ਼ਕ ਰੂਪ ਦਿੱਤਾ ਗਿਆ ਹੈਗਾ, ਸਗੋਂ ਉਹ ਸਰੀਰਕ ਮੇਲ ਜਾਂ ਜਿਹੜਾ ਜਸ਼ਨ ਜਾਂ ਔਰਤ ਜਿਸਮ ਦੀ ਜਿਹੜੀ ਖੂਬਸੂਰਤੀ ਅਤੇ ਮੇਲ ਦੀਆਂ ਘੜੀਆਂ ਦਾ ਸਿੱਧਾ ਸਾਦਾ ਬਿਆਨ ਆ। ਇਹ ਵੀ ਇੱਕ ਗੱਲ ਵੱਖਰੇ ਤੌਰ 'ਤੇ ਹੈਗੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਾਂ ਅੰਗਾਂ ਦਾ ਵਰਣਨ ਆ ਜਾਂ ਜਿਹੜੇ ਇਸ਼ਾਰੇ ਨੇ ਉਹ ਭਾਰਤੀ ਪਰੰਪਰਾ ਵਿੱਚ ਜਾਂ ਪੰਜਾਬੀ ਪਰੰਪਰਾ ਦੇ ਵਿੱਚ ਉਹ ਅਸ਼ਲੀਲ ਹੋ ਸਕਦੇ ਆ, ਪਰ ਉਹ ਲੈਟਨ ਅਮਰੀਕਾ ਦੇ ਵਿੱਚ ਉਹ ਜਿਹੜੇ ਆ ਉਹ ਅਸ਼ਲੀਲ ਨਹੀਂ, ਉਹ ਮੁਹੱਬਤ ਦਾ ਪ੍ਰਗਟਾਵਾ ਹੀ ਮੰਨੇ ਜਾਂਦੇ ਨੇ। ਉਹ ਸਾਡੇ ਜਿਹੜਾ ਹੈਗਾ ਨਕਸ਼ਕ ਵਰਣਨ ਅੰਗ ਚਿੱਤਰਨ ਆ ਜਿਹੜਾ ਉਹ ਵੱਖਰੇ ਕਿਸਮ ਦਾ ਸਪੇਨਿਸ਼ ਭਾਸ਼ਾ ਦਾ ਜਿਹੜਾ ਅੰਗ ਚਿੱਤਰਨ ਆ ਜਾਂ ਅੰਗ ਵਰਣਨ ਆ ਉਹ ਸਾਡੇ ਨਾਲ ਉਹ ਵੱਖਰਾ ਹੈਗਾ। ਇਹ ਜਿਹੜੀਆਂ ਪਾਬਲੋ ਨਰੂਦੋ ਦੀਆਂ ਪਿਆਰ ਕਵਿਤਾਵਾਂ ਅਤੇ ਕੁਝ ਹੋਰ ਇਹ ਅਸਲ ਦੇ ਵਿੱਚ ਜਿਹੜਾ ਅਨੁਵਾਦ ਆ ਉਹ ਹਰੀਸ਼ ਜੈਨ ਨੇ ਕੀਤਾ ਹੈ ਅਤੇ ਬਹੁਤ ਸਾਰੇ ਬੰਦੇ ਆ ਜਿਹੜੇ ਉਹ ਹਰੀਸ਼ ਜੈਨ ਨੂੰ ਇੱਕ ਪ੍ਰਕਾਸ਼ਕ ਦੇ ਤੌਰ 'ਤੇ ਜਾਣਦੇ ਆ, ਉਸ ਨੂੰ ਸੰਪਾਦਕ ਦੇ ਤੌਰ 'ਤੇ ਜਾਂ ਖੋਜੀ ਦੇ ਤੌਰ 'ਤੇ ਜਾਂ ਵਿਗਿਆਨਕ ਜਿਹੜੇ ਸਾਹਿਤ ਹੈਗਾ ਉਸ ਦੇ ਰਚਨਹਾਰ ਵਜੋਂ ਬਹੁਤ ਘੱਟ ਲੋਕ ਜਾਣਦੇ ਆ। ਇਹ ਕਵਿਤਾਵਾਂ ਦੇ ਵਿੱਚ ਉਸਨੇ ਪਾਬਲੋ ਨਰੂਦੋ ਨੂੰ ਅਨੁਵਾਦ ਕੀਤਾ। ਇਸ ਦੇ ਨਾਲ ਨਾਲ ਕੁਝ ਜਿਹੜੀਆਂ ਭਾਰਤੀ ਪ੍ਰਸੰਗ ਦੀਆਂ ਕਵਿਤਾਵਾਂ ਖਾਸ ਕਰਕੇ ਕਰੋਨਾ ਕਾਲ ਦੀਆਂ ਅਤੇ ਭਾਰਤ ਵਿੱਚ ਜਿਹੋ ਜਿਹੇ ਕਈ ਵਾਰੀ ਹਾਦਸੇ ਵਾਪਰ ਜਾਂਦੇ ਆ ਰੇਪ ਵਗੈਰਾ ਦੇ, ਜ਼ਬਰਦਸਤੀ ਬੱਚੀਆਂ ਦੇ ਨਾਲ ਰੇਪ ਵਗੈਰਾ ਦੇ, ਉਹਨਾਂ 'ਤੇ ਆਧਾਰਿਤ ਜਿਹੜੀਆਂ ਸਿਆਸੀ ਕਹਿ ਸਕਦੇ ਹਾਂ ਕਿ ਨੌਈਅਤ ਦੀਆਂ ਕਵਿਤਾਵਾਂ ਉਹ ਵੀ ਇਹਦੇ ਵਿੱਚ ਸ਼ਾਮਲ ਨੇ, ਕਿਉਂਕਿ ਇਹਦਾ ਨਾਂ ਹੀ ਆ ਪਾਬਲੋ ਨਰੂਦੋ ਦੀਆਂ ਪਿਆਰ ਕਵਿਤਾਵਾਂ ਅਤੇ ਕੁਝ ਹੋਰ। ਆਪਣੇ ਆਪ ਵਿੱਚ ਮੈਨੂੰ ਇਹ ਕਿਤਾਬ ਪੜ੍ਹ ਕੇ ਇਹ ਮਹਿਸੂਸ ਹੋਇਆ ਕਿ ਪਾਬਲੋ ਨਰੂਦੋ ਆਪਣੇ ਮੁਹੱਬਤ ਨੂੰ, ਆਪਣੇ ਇਸ਼ਕ ਨੂੰ ਕਿਸ ਤਰ੍ਹਾਂ ਇਜ਼ਹਾਰ ਕਰਦਾ ਹੈ। ਇਹ ਆਪਣੇ ਆਪ ਦੇ ਵਿੱਚ ਇਹ ਵੱਖਰਾ ਅਤੇ ਇਹ ਵਿਲੱਖਣ ਢੰਗ ਹੈਗਾ ਮੁਹੱਬਤ ਦੇ ਪ੍ਰਗਟਾਅ ਦਾ। ਕਿਉਂਕਿ ਇੱਕ ਹੋਰ ਗੱਲ ਵੀ ਹੈਗੀ ਆ ਕਿ ਪੰਜਾਬੀ ਦੇ ਵਿੱਚ ਜ਼ਿਆਦਾਤਰ ਜਿਹੜੀ ਪਿਆਰ ਕਵਿਤਾ ਹੈ ਜਾਂ ਮੁਹੱਬਤ ਦੀ ਕਵਿਤਾ ਹੈ ਉਹ ਵੀ ਜਿਹਨੂੰ ਕਹਿ ਸਕਦੇ ਵਿਛੋੜੇ ਦੀ ਜਾਂ ਹਿਜਰ ਦੀ ਆ। ਵਸਲ ਦੀ ਕਵਿਤਾ ਜਾਂ ਮੇਲ ਦੀ ਕਵਿਤਾ ਜਾਂ ਸੰਯੋਗ ਦੀ ਕਵਿਤਾ ਬਹੁਤ ਘੱਟ ਹੈਗੀ ਆ। ਇਹ ਪਾਬਲੋ ਨਰੂਦੋ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਮੇਲ ਜਾਂ ਮੇਲ ਦੇ ਸਮੇਂ ਦੇ ਅਨੁਭਵ ਦੀਆਂ ਕਵਿਤਾਵਾਂ ਨੇ। ਉਹਦੇ ਵਿੱਚ ਕੁਝ ਬਿੰਬ ਬਹੁਤ ਖੂਬਸੂਰਤ ਆ, ਜਿਵੇਂ ਜਿਹੜਾ ਚੰਦ ਜਿਵੇਂ ਹੁੰਦਾ ਪਹਿਲੇ ਦਿਨਾਂ ਦਾ ਜਿਵੇਂ ਚੰਦ ਕੱਟਿਆ ਹੁੰਦਾ ਹੈਗਾ ਉਸ ਤਰ੍ਹਾਂ ਦਾ ਲੱਕ ਦੇ ਨਾਲ ਜਿਹੜਾ ਉਹ ਉਸ ਨੂੰ ਤਲਨਾਉਣਾ ਆਪਣੇ ਆਪ ਵਿੱਚ ਇਸ ਕਿਸਮ ਦੀਆਂ ਬਹੁਤ ਖੂਬਸੂਰਤ ਕਈ ਇਹਦੇ ਵਿੱਚ ਬਿੰਬ ਨੇ ਜਿਨ੍ਹਾਂ ਨੂੰ ਤੁਸੀਂ ਮਾਣ ਸਕਦੇ ਆ। ਪਾਬਲੋ ਨਰੂਦੋ ਦੀਆਂ ਕਵਿਤਾਵਾਂ ਦਾ ਇੱਕ ਅਨੁਵਾਦ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਤੇਰੇ ਲੱਕ ਤੋਂ ਤੇਰੇ ਪੈਰਾਂ ਤੀਕ ਮੈਂ ਇੱਕ ਲੰਮਾ ਸਫ਼ਰ ਕਰਨਾ ਲੋਚਦਾ ਹਾਂ। ਮੈਂ ਇੱਕ ਕੀੜੇ ਤੋਂ ਨਿੱਕਾ, ਮੈਂ ਇਹਨਾਂ ਪਹਾੜੀਆਂ ਨਾਲ ਤੁਰਦਾ ਹਾਂ ਜਿਨ੍ਹਾਂ ਦਾ ਰੰਗ ਜਵੀਂ ਵਰਗਾ ਹੈ। ਇਹਨਾਂ 'ਤੇ ਤੰਗ ਪਗਡੰਡੀਆਂ ਹਨ ਜਿਨ੍ਹਾਂ ਦਾ ਸਿਰਫ ਮੈਨੂੰ ਪਤਾ ਹੈ। ਇੱਥੇ ਇੱਕ ਪਹਾੜ ਵੀ ਹੈ, ਮੈਂ ਇਸ 'ਚੋਂ ਕਦੇ ਬਾਹਰ ਨਹੀਂ ਆ ਸਕਾਂਗਾ। ਉਹ ਕਾਈ ਕੇਹੀ ਦਾਨਵਾਕਾਰ ਅਤੇ ਇਹ ਕਰੇਟਰ, ਇਹ ਗੁਲਾਬ ਦੱਬੀ ਬੁਝੀ ਹੋਈ ਅੱਗ ਦਾ ਇੱਕ ਚੱਕਰੀ ਘਮਾਉਂਦਾ। ਮੈਂ ਤੇਰੀਆਂ ਲੱਤਾਂ ਦੀ ਨਿਵਾਣ ਵੱਲ ਆਉਂਦਾ ਹਾਂ, ਰਾਹ ਵਿੱਚ ਸੌਂ ਜਾਂਦਾ ਹਾਂ ਅਤੇ ਪਹੁੰਚ ਜਾਂਦਾ ਹਾਂ ਤੇਰੇ ਗੋਡਿਆਂ ਦੀ ਗੋਲ ਗੋਲ ਕਠੋਰਤਾ ਤੀਕ ਕਿ ਜਿਵੇਂ ਕਿਸੇ ਰੌਸ਼ਨ ਮਹਾਂਦੀਪ ਦੇ ਉੱਚੇ ਕਠੋਰ ਸਿਖਰ ਹੋਣ। ਮੈਂ ਤੇਰੇ ਪੈਰਾਂ ਵੱਲ ਤਿਲਕਦਾ ਹਾਂ, 8 ਪ੍ਰਵੇਸ਼ ਦੁਆਰਾਂ ਵੱਲ, ਤੇਰੀਆਂ ਤਿੱਖੀਆਂ ਧੀਮੀਆਂ ਪੈਰਾਂ ਦੀਆਂ ਉਂਗਲੀਆਂ। ਅਸਲ ਦੇ ਵਿੱਚ ਪਾਬਲੋ ਨਰੂਦੋ
ਆਪਣੇ ਮਹਿਬੂਬ ਨੂੰ, ਮਹਿਬੂਬ ਦੇ ਜਿਸਮ ਨੂੰ, ਮੇਲ ਦੀਆਂ ਘੜੀਆਂ ਨੂੰ ਕਿਸ ਤਰ੍ਹਾਂ ਚਿੱਤਰਦਾ ਸੀ, ਕਿਸ ਤਰ੍ਹਾਂ ਵੇਖਦਾ ਸੀ, ਇਹ ਇਸ ਕਵਿਤਾ ਦੇ ਵਿੱਚੋਂ ਜਾਣਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਉਸ ਦੀ ਕਵਿਤਾ ਹੈਗੀ ਆ। ਮੈਂ ਇਹ ਕਵਿਤਾ ਤੁਹਾਡੇ ਨਾਲ ਤਾਂ ਦੱਸ ਰਿਹਾ ਹੈਗਾ ਕਿ ਬਹੁਤ ਵਾਰ ਅਸੀਂ ਇੱਕੋ ਰੰਗ ਦੀ ਕਵਿਤਾ ਪੜ੍ਹਦੇ ਰਹਿੰਦੇ ਹਾਂ ਅਤੇ ਉਸੇ ਰੰਗ ਵਿੱਚ ਰੰਗੇ ਜਾਂਦੇ ਹਾਂ। ਜ਼ਿੰਦਗੀ ਜਿਹੜੀ ਬਹੁ ਰੰਗੀ ਆ, ਉਹਦੇ ਵਿੱਚੋਂ ਇੱਕ ਰੰਗ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਤੁਸੀਂ ਇਸ ਵੀਡੀਓ ਨੂੰ ਸੁਣਿਆ, ਤੁਹਾਡੀ ਬੜੀ ਮਿਹਰਬਾਨੀ।